ਸਹੀ ਦਿਸ਼ਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਲਵੀ ਪੰਨੂ ਵੱਲੋਂ ਜੀ ਆਇਆਂ ਨੂੰ। ਅਸੀਂ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਮੁਸ਼ਕਿਲ ਘੜੀ ਵਿੱਚ ਆਪਣੇ ਆਪਣੇ ਘਰਾਂ 'ਚ ਸੇਫ ਰਹਿੰਦੇ ਹੋਵੋਗੇ ਤੇ ਆਪਣੇ ਆਪ ਦੇ ਟਾਈਮ ਦਾ ਬਹੁਤ ਕ੍ਰੀਏਟਿਵਲੀ ਯੂਜ਼ ਕਰ ਰਹੇ ਹੋਵੋਗੇ। ਸੋ ਜਿਸ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਲੱਗ-ਅਲੱਗ ਮਾਹਿਰ, ਅਲੱਗ-ਅਲੱਗ ਸਪੈਸ਼ਲ ਗੈਸਟ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਤੁਹਾਡੇ ਪੈਸੇ ਦੇ ਮਸਲਿਆਂ ਬਾਰੇ ਜਾਂ ਤੁਹਾਡੀ ਮੌਰਗੇਜ ਦੇ ਮਸਲਿਆਂ ਬਾਰੇ। ਸੋ ਅੱਜ ਇਸੇ ਕੰਟੈਕਸਟ ਦੇ ਵਿੱਚ ਅਸੀਂ ਆਪਣੇ ਮੌਰਗੇਜ ਨਿੰਜਾ ਨੂੰ ਵਾਪਸ ਲੈ ਕੇ ਆਏ ਹਾਂ। ਮੈਂ ਜੀ ਆਇਆਂ ਕਹਿਣਾ ਚਾਹੂੰਗੀ ਨੀਨਾ ਕੌਰ ਦਾ, ਮਨਮੀਤ ਨੀਨਾ ਕੌਰ। ਵੈਲਕਮ ਟੂ ਸਹੀ ਦਿਸ਼ਾ। ਥੈਂਕ ਯੂ ਲਵੀ, ਥੈਂਕ ਯੂ ਫॉर ਹੈਵਿੰਗ ਮੀ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਤੇ ਜੀ ਆਇਆਂ ਸਾਰਿਆਂ ਨੂੰ। ਬਿਲਕੁਲ ਜੀ। ਨੀਨਾ, ਕਿਸ ਤਰ੍ਹਾਂ ਮਹਿਸੂਸ ਹੋ ਰਿਹਾ? ਘਰ ਰਹਿਣਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ? ਚੈਲੰਜਿੰਗ ਲੱਗ ਰਿਹਾ ਜੀ। ਪਹਿਲੀ ਗੱਲ, ਇੱਕ ਰੂਟੀਨ ਬਣੀ ਹੋਈ ਸੀ, ਸਵੇਰੇ ਆਫਿਸ ਜਾਣਾ, ਬੱਚੇ ਨੇ ਸਕੂਲ ਜਾਣਾ, ਸਾਰਾ ਕੁਝ ਔਨ ਟਰੈਕ ਸੀਗਾ ਐਂਡ ਆਲ ਆਫ ਅ ਸਡਨ ਘਰੇ ਵਿੱਚ ਹੀ ਸਾਰਾ ਕੁਝ, ਵਿੱਚ ਹੀ ਉਹਦੀ ਹੋਮ ਸਕੂਲਿੰਗ ਵੀ ਹੈ, ਵਿੱਚ ਹੀ ਕੰਮ ਵੀ ਹੈ। ਸੋ ਥੋੜਾ ਜਿਹਾ awkward ਲੱਗ ਰਿਹਾ, ਪਰ ਇੱਕ ਰਿਸਪੌਂਸਿਬਲ ਸਿਟੀਜ਼ਨ ਦੀ ਤਰ੍ਹਾਂ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ ਉਹ ਹੁਣ ਨਿਭਾ ਰਹੇ ਆ। ਜੀ ਬਿਲਕੁਲ। ਸੋ ਨੀਨਾ, ਹੁਣ ਬੱਚੇ ਵੀ ਜਿਸ ਤਰ੍ਹਾਂ ਬੱਚਿਆਂ ਦੇ ਸਕੂਲ ਬੰਦ ਹੋ ਗਏ, ਆਈ ਥਿੰਕ ਆਨਲਾਈਨ ਉਹਨਾਂ ਦੇ ਸਕੂਲ ਸ਼ੁਰੂ ਹੋ ਗਏ ਆ, ਉਹਨਾਂ ਨੂੰ ਹੋਮਵਰਕ ਵੀ ਆਨਲਾਈਨ ਮਿਲਦਾ, ਅਸਾਈਨਮੈਂਟਸ। ਸੋ ਬੱਚਿਆਂ ਦੇ ਪਰਸਪੈਕਟਿਵ ਤੋਂ ਤੁਹਾਨੂੰ ਕਿੱਦਾਂ ਲੱਗਦਾ ਵੀ ਉਹ ਇੰਜੋਏ ਕਰ ਰਹੇ ਨੇ ਜਾਂ ਦੇ ਥਿੰਕ ਸਕੂਲ ਇਜ਼ ਬੈਟਰ? ਪਹਿਲੇ ਤਾਂ ਮੈਂ ਆਪਣੇ ਬੇਟੇ ਦੀ ਵੀ ਗੱਲ ਕਰ ਸਕਦੀ ਹਾਂ। ਇਸ ਵੇਲੇ ਬਹੁਤ ਖੁਸ਼ ਸੀਗਾ, ਉਹਨੂੰ ਲੱਗਦਾ ਸੀ ਕਿ ਓ ਮਾਈ ਗॉड ਮੈਂ ਵੱਡਾ ਹੋ ਗਿਆ, ਮੈਂ ਆਨਲਾਈਨ ਸਕੂਲਿੰਗ ਵਾਂਗੂ ਪੜ੍ਹਾਈ ਕਰਨੀ ਹੈ ਹੁਣ। ਪਰ ਟੈਕਨੋਲੋਜੀ ਥੋੜਾ ਜਿਹਾ ਇਸ਼ੂ ਸੀਗਾ। ਸੋ ਉਹ ਆਫ ਕੋਰਸ ਆਈ ਡੂ ਰਿਅਲਾਈਜ਼ ਕਿ ਬੱਚਿਆਂ ਨੂੰ ਪੇਰੈਂਟਸ ਦੀ ਹੈਲਪ ਇਸ ਵੇਲੇ ਬਹੁਤ ਚਾਹੀਦੀ ਹੈ ਸੈਟ ਥਿੰਗਸ ਅਪ। ਜਦੋਂ ਕਿਉਂਕਿ ਅਸੀਂ ਇਹ ਨਹੀਂ ਭੁੱਲ ਸਕਦੇ ਉਹ ਹਜੇ ਛੋਟੇ ਨੇ, ਉਨੀਆਂ ਕੁ ਐਕਸਪੈਕਟੇਸ਼ਨਸ ਆਪਾਂ ਉਹਨਾਂ ਤੋਂ ਰੱਖ ਸਕਦੇ ਹਾਂ। ਪਹਿਲੇ ਬਹੁਤ ਐਕਸਾਈਟਿਡ ਸੀ, ਥੋੜ੍ਹੀਆਂ ਜਿਹੀਆਂ ਸਟਰਗਲਸ ਆਈਆਂ, ਡੀਲ ਕੀਤੀਆਂ। ਹੁਣ ਇੱਕ ਤਰੀਕੇ ਨਾਲ ਉਹ ਨੋਰਮ ਹੋ ਗਿਆ, ਐਵਰੀਡੇ ਦੀ ਇੱਕ ਰੂਟੀਨ ਸੈਟਅਪ ਹੋ ਗਈ ਹੈ ਕਿ ਹਾਂ ਸਵੇਰੇ ਉੱਠ ਕੇ ਮੈਂ ਈਮੇਲ ਚੈੱਕ ਕਰਨੀ ਹੈ, ਮੈਂ ਹੋਮਵਰਕ ਕਰਨਾ ਹੈ। ਸੋ ਹੁਣ ਐਜ਼ ਉਹ ਨੋਰਮਲ ਹੁੰਦਾ ਜਾ ਰਿਹਾ, ਹੁਣ ਉਸ ਚੀਜ਼ ਨੂੰ ਇੰਜੋਏ ਕਰਨ ਲੱਗ ਪਿਆ। ਤੇ ਚੈਲੰਜਿੰਗ ਵੀ ਥੋੜਾ ਜਿਹਾ ਹੈਗਾ ਬਿਕਾਜ਼ ਹੋਰ ਬੱਚਿਆਂ ਨਾਲ ਖੇਡ ਨਹੀਂ ਸਕਦੇ, ਮਿਕਸ ਐਂਡ ਮੈਚ ਨਹੀਂ ਕਰ ਸਕਦੇ। ਸੋ ਡੈਫੀਨਿਟਲੀ ਸਕੂਲ ਐਂਡ ਫਰੈਂਡਸ ਨੂੰ ਤਾਂ ਡੈਫੀਨਿਟਲੀ ਬੱਚੇ ਇਸ ਵੇਲੇ ਮਿਸ ਕਰ ਰਹੇ ਨੇ। ਜੀ ਬਿਲਕੁਲ। ਤੁਹਾਡੇ ਵੀ ਬੱਚੇ ਕਰ ਰਹੇ ਹੋਣਗੇ। ਉਹ ਡੈਫੀਨਿਟਲੀ। ਪਰ ਅਗੇਨ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੁਣ ਇੱਕ ਟਾਈਮ ਟੇਬਲ, ਜਿਸ ਤਰ੍ਹਾਂ ਮੈਨੂੰ ਲੱਗਦਾ ਆਪਣੇ ਸਾਰਿਆਂ ਦੇ ਪੇਰੈਂਟਸ ਬਣਾਉਂਦੇ ਹੁੰਦੇ ਸੀ ਜਦੋਂ ਆਪਾਂ ਛੋਟੇ ਹੁੰਦੇ ਸੀ, ਖਾਸ ਕਰਕੇ ਜਦੋਂ ਸਮਰ ਦੀਆਂ ਛੁੱਟੀਆਂ ਹੁੰਦੀਆਂ ਸੀ, ਇੱਕ ਟਾਈਮ ਟੇਬਲ ਬਣ ਜਾਂਦਾ ਸੀ ਪਹਿਲਾਂ ਹੀ। ਸੋ ਇਸ ਤਰੀਕੇ ਨਾਲ ਹੀ ਹੁਣ ਅਸੀਂ ਵੀ ਪਲਾਨ ਕੀਤਾ ਵੀ ਬੱਚਿਆਂ ਦਾ ਟਾਈਮ ਟੇਬਲ ਬਣਾਇਆ ਜਾਵੇ, ਉਸੇ ਤਰੀਕੇ ਨਾਲ 7:30 ਵਜੇ ਉਹ ਉੱਠ ਪੈਣ, ਜ਼ਿਆਦਾ ਦੇਰ ਤੱਕ ਟੀਵੀ ਨਾ ਦੇਖੀ ਜਾਣ ਤੇ ਆਪਣਾ ਹੋਮਵਰਕ ਅਸਾਈਨਮੈਂਟਸ ਟਾਈਮ ਤੇ ਆਪਣੀਆਂ ਸਬਮਿਟ ਕਰੀ ਜਾਣ। So treating it like a school day and a school year. ਏਦਾਂ ਨਹੀਂ ਕਿ just because ਆਪਾਂ ਘਰੇ ਆ ਤਾਂ ਛੁੱਟੀਆਂ ਚੱਲ ਰਹੀਆਂ ਨੇ, it's still a school day. ਜੀ। ਸੋ ਨੀਨਾ, ਇਹਦੇ ਨਾਲ ਹੀ ਆਪਾਂ ਜਿਹੜੇ ਆਪਣੇ ਫਰੰਟ ਲਾਈਨ ਵਰਕਰਸ ਆ ਉਹਨਾਂ ਦਾ ਵੀ ਥੈਂਕ ਯੂ ਕਰਨਾ ਚਾਹੁੰਦੇ ਆ, ਜਿਵੇਂ ਸਾਰੇ ਮੈਡੀਕਲ ਫੀਲਡ ਨਾਲ ਰਿਲੇਟਡ ਆਪਣੇ ਸਾਰੇ ਵੀ ਹੋ ਗਏ, ਫਿਰ ਆਪਣੀ ਪੁਲਿਸ ਲਾਈਨ ਦੇ ਵਿੱਚ ਜਿੰਨੇ ਵੀ ਆਪਣੇ ਕੰਮ ਕਰ ਰਹੇ ਆ ਉਹ ਹੋ ਗਏ। ਇਸ ਦੇ ਨਾਲ ਫੂਡ ਇੰਡਸਟਰੀ ਦੇ ਨਾਲ ਜਿਹੜੇ ਫਰੰਟ ਲਾਈਨ ਵਰਕਰਸ ਹੈਗੇ ਆ, ਆਪਾਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਸ ਤਰ੍ਹਾਂ ਉਹ ਆ ਕੇ ਪੂਰੇ ਆਪਾਂ ਨੂੰ ਆਪਣੇ ਲਈ ਫਾਈਟ ਕਰ ਰਹੇ ਆ ਇਸ ਔਖੇ ਸਮੇਂ ਦੇ ਵਿੱਚ। ਅਸੀਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦੇ ਹਾਂ। ਸੋ ਆਪਣੇ ਜਿਹੜੇ ਫਰੰਟ ਲਾਈਨ ਵਰਕਰਸ ਦੀ ਆਪਾਂ ਗੱਲ ਕਰ ਰਹੇ ਸੀ ਨਾ, ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੁਡੋਸ ਟੂ them। ਆਪਣੀ ਲਾਈਫ ਉਹਨਾਂ ਨੇ ਸਾਡੇ ਵਾਸਤੇ ਅੱਗੇ ਰੱਖੀ ਹੈ, ਰਸਤੇ ਰੱਖੀ ਹੈ, ਐਂਡ ਉਹਨਾਂ ਕਰਕੇ ਹੀ ਅਸੀਂ ਸਾਰੇ ਘਰੇ ਬੈਠੇ ਹਾਂ, ਸੋ ਦੈਟ ਉਹਨਾਂ ਦੀ ਲਾਈਫ ਅਸੀਂ ਜਿੰਨੀ ਈਜ਼ੀਅਰ ਬਣਾ ਸਕੀਏ ਉਨੀ ਬਣਾ ਦਈਏ। ਬਿਲਕੁਲ। ਸੋ ਨੀਨਾ, ਆਪਾਂ ਬੈਕ ਆਉਂਦੇ ਆਪਣੀ ਮੌਰਗੇਜ ਦੇ ਟੌਪਿਕ ਤੇ। ਪਹਿਲਾਂ ਮੈਨੂੰ ਇਹ ਦੱਸੋ ਕਿ ਜਿਹੜੀ ਆ ਸਾਰੀ ਸਿਚੁਏਸ਼ਨ ਹੋਈ ਆ COVID-19 ਕਰੋਨਾ, ਇਹਨੇ ਮੌਰਗੇਜ ਇੰਡਸਟਰੀ ਨੂੰ ਕਿਸ ਤਰ੍ਹਾਂ ਅਫੈਕਟ ਕੀਤਾ ਹੈ? ਐਕਚੁਅਲੀ ਮੌਰਗੇਜ ਇੰਡਸਟਰੀ ਥੋੜੇ ਜਿਹੇ ਰੋਲਰ ਕੋਸਟਰ ਚੋਂ ਲੰਘੀ ਹੈ ਬਿਕਾਜ਼ ਫਾਈਨੈਂਸ਼ੀਅਲੀ ਮਾਰਕੀਟਸ, ਬੌਂਡਸ, ਸਾਰਿਆਂ ਦੀਆਂ ਰਿਟਰਨਸ ਜਿਹੜੀਆਂ ਨੇ, ਸਭ ਚੀਜ਼ਾਂ ਤੇ ਫਰਕ ਪਿਆ ਇਸ ਗੱਲ ਦਾ। ਕੋਵਿਡ ਦੇ ਆਉਣ ਨਾਲ ਸਾਡੀ ਇਕੋਨਮੀ ਤੇ ਫਰਕ ਪਿਆ ਹੈ, ਐਂਡ ਮੌਰਗੇਜਸ ਬਹੁਤ ਹੈਵੀਲੀ ਡਿਪੈਂਡ ਕਰਦੀਆਂ ਸਾਡੀ ਇਕੋਨਮੀ ਦੇ ਉੱਤੇ। ਸੋ ਆਈ ਵੁੱਡ ਸੇ ਇਫੈਕਟ ਜ਼ਰੂਰ ਪਿਆ ਜੀ। ਐਂਡ ਐਜ਼ ਅ ਕੰਜ਼ਿਊਮਰਸ ਦੇ ਉੱਤੇ ਵੀ ਪਿਆ ਹੈ, ਐਂਡ ਐਜ਼ ਲੈਂਡਰਸ, ਜਿਹੜੇ ਸਾਡੇ ਲੈਂਡਰਸ ਨੇ ਉਹਨਾਂ ਦੇ ਉੱਤੇ ਵੀ ਪਿਆ। ਸੋ ਇੰਪੈਕਟ ਹੈ ਸਾਰੇ ਪਾਸੇ ਪਿਆ। ਜੀ। ਸੋ ਤੁਸੀਂ ਆਪਣੀ ਐਕਸਪੀਰੀਅੰਸ ਤੋਂ ਕੀ ਦੱਸਣਾ ਚਾਹੁੰਦੇ ਹੋ ਕਿ ਤੁਹਾਡਾ ਕੰਮ ਬਿਜ਼ੀ ਹੋਇਆ ਜਾਂ ਥੋੜਾ ਸਲੋ ਹੋ ਗਿਆ? ਅਸੀਂ ਐਕਚੁਅਲੀ ਮਿਕਸ ਦੇਖ ਰਹੇ ਹਾਂ।
ਕਈ ਸਾਰੇ ਕਿਉਂਕਿ ਅਸੀਂ ਹੁਣ ਇੱਕ ਗਰੁੱਪ ਹੈਗਾ ਸਾਡਾ ਜਿਹਦੇ ਵਿੱਚ ਅਸੀਂ ਸਾਰੇ ਮੋਰਗੇਜ ਬ੍ਰੋਕਰਸ ਜਾਂ ਕੋਲੀਗਸ ਅਸੀਂ ਗੱਲ ਕਰਦੇ ਰਹਿੰਦੇ ਆ ਸੋ ਕਈ ਆ ਕਹਿ ਰਹੇ ਨੇ ਕਿ ਵੀ ਸਾਡਾ ਕੰਮ ਬਿਲਕੁਲ ਹੀ ਇਸ ਵੇਲੇ ਸਲੋ ਹੋ ਗਿਆ ਪਰ ਫॉर me personally I would say I'm blessed. I have been very busy. I have been very busy and also fielding calls ਤੇ calls ਆਉਂਦੀਆਂ ਨੇ ਮੈਨੂੰ ਇਦਾਂ ਲੱਗਦਾ ਕਿ ਵੀ ਡਿਮਾਂਡ ਜਿਹੜੀ ਹੈ ਉਹ ਜਦੋਂ ਆ ਕੋਵਿਡ ਸਾਰਾ ਐਂਡ ਹੋਇਆ ਉਦੋਂ ਜ਼ਿਆਦਾ ਵੱਧ ਜਾਣੀ ਹੈ ਜਿਸ ਹਿਸਾਬ ਨਾਲ ਮੈਂ ਕਮਿੰਗ ਕਾਲਸ ਦੇਖ ਰਹੀ ਹਾਂ ਓਕੇ ਸੋ ਤੁਹਾਨੂੰ ਲੱਗਦਾ ਕਿ ਕਾਫੀ ਜਿਹੜੇ ਤੁਹਾਡੇ ਕਲਾਇੰਟਸ ਹੈਗੇ ਆ ਉਹ ਕੁਝ ਪ੍ਰੀ ਅਪਰੂਵਲਸ ਜ਼ਿਆਦਾ ਲੈ ਕੇ ਰੱਖ ਰਹੇ ਆ pre-qualification definitely help ਕਰਦੀ ਹੈ ਔਰ ਮੈਂ actually ਮੈਂ ਆਪਣੇ ਸਾਰੇ ਜਿੰਨੇ ਵੀ known ਨੇ ਸਭ ਨੂੰ ਇਹੀ ਸਲਾਹ ਦੇ ਰਹੀ ਹਾਂ ਕਈ ਜਿਹੜੇ even family friends ਨੇ ਮੈਂ ਉਹਨਾਂ ਨੂੰ ਵੀ ਇਹੀ ਸਲਾਹ ਦੇ ਰਹੀ ਸੀ ਕਿ since economy ਤੇ ਫਰਕ ਪਿਆ ਹੋਇਆ ਇਸ ਵੇਲੇ ਜੇ ਅਸੀਂ pre-qualified ਹੋਵਾਂਗੇ at least ਜਿਹੜਾ mortgage side of things ਹੈ ਜੇ ਅਸੀਂ ਹੁਣੇ ਹੀ sort ਕਰਕੇ ਰੱਖ ਲਈਏ ਕਿਉਂਕਿ ਉਹਦੇ ਲਈ ਤੁਹਾਨੂੰ ਕਿਸੇ ਨੂੰ ਮਿਲਣ ਦੀ ਵੀ ਜ਼ਰੂਰਤ ਨਹੀਂ ਹੈ ਸਾਰਾ ਕੁਝ ਆਨਲਾਈਨ ਹੈ ਤੁਹਾਨੂੰ ਇੱਕ ਮੋਰਗੇਜ ਬ੍ਰੋਕਰ ਨੂੰ ਹੁਣ ਮਿਲਣ ਦੀ ਨੈਸੈਸਿਟੀ ਉਹਨਾਂ ਨੇ ਕਾਫੀ ਹੱਦ ਤੱਕ ਚੱਕ ਦਿੱਤੀ ਹੈ ਕਿਉਂਕਿ ਸਾਰੇ ਸਿਗਨੇਚਰਸ ਆਨਲਾਈਨ ਨੇ ਸਾਰਾ ਕੁਝ ਆਨਲਾਈਨ ਹੈ ਸੋ ਜੇ ਉਹ ਪਾਰਟ ਆਊਟ ਆਫ ਦਾ ਵੇ ਹੁਣੇ ਹੋ ਜਾਊਗਾ ਤਾਂ ਜਦੋਂ ਜੇ ਇਕਨੋਮੀ ਲੈਟਸ ਸੀ ਵੀ ਡੋਨਟ ਨੋ ਕਿ ਕਿਹੜੇ ਪਾਸੇ ਜਾਊਗੀ ਪਰ ਜੇ ਐਕਚੁਅਲੀ 3 months or 6 months ਨੂੰ ਕੋਈ ਡੀਲਸ ਆਊਟ देयर ਹੈਗੀਆਂ ਨੇ ਤੁਹਾਡੀ ਪ੍ਰੀ ਕੁਆਲੀਫਿਕੇਸ਼ਨ ਇਨ ਪਲੇਸ ਹੈ ਆਲ ਯੂ ਹੈਵ ਟੂ ਡੂ ਇਜ਼ ਜਸਟ ਜੰਪ ਕਮ ਸੇ ਕਮ ਤੁਸੀਂ ਆਪਣਾ ਹੋਮਵਰਕ ਪੂਰਾ ਕੀਤਾ ਹੋਵੇ ਸੋ ਜਦੋਂ ਫਿਰ ਐਗਜ਼ਾਮ ਟਾਈਮ ਆਵੇ ਤੁਹਾਨੂੰ ਜ਼ਿਆਦਾ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਹੈਗੀ ਦੈਟਸ ਅ ਮਦਰ ਟਾਕਿੰਗ ਜੀ ਦੱਸੋ ਸੋ ਨੀਨਾ ਮੈਨੂੰ ਇਹ ਦੱਸੋ ਕਿ ਜਿਹੜੇ ਮਾਰਕੀਟ ਦੇ ਰੇਟਸ ਆ ਉਹ ਫਿਊਚਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਹਾਈ ਹੋ ਸਕਦੇ ਆ ਜਾਂ ਡ੍ਰੌਪ ਹੋ ਸਕਦੇ ਆ ਲਵੀ ਵੈਰੀ ਗੁੱਡ ਕੁਐਸਚਨ ਪਤਾ ਜਦੋਂ ਇਹ ਸਾਰਾ COVID ਦਾ ਸਿਸਟਮ ਸ਼ੁਰੂ ਹੋਇਆ ਇਕਨੋਮੀ ਡਾਊਨ ਜਾਣ ਲੱਗੀ we had actually very good interest rate Bank of Canada ਨੇ ਵੀ interest rate ਕਾਫੀ ਹੱਦ ਤੱਕ ਕੱਟ ਬੈਕ ਕਰ ਦਿੱਤੇ ਤੇ suddenly what we saw was 5-year fixed rates ਜਿਹੜੇ ਨੇ ਉੱਪਰ ਜਾਣ ਲੱਗ ਪਏ and people couldn't figure it out ਉਹਨਾਂ ਸਾਰੇ ਲੋਕੀ ਇਹ ਕਹਿੰਦੇ ਸੀ ਕਿ ਵੀ ਜਦੋਂ Bank of Canada ਰੇਟ ਘਟਾ ਰਿਹਾ ਆ ਤੇ ਵੀ ਬੈਂਕਸ ਜਿਹੜੀਆਂ ਨੇ ਰੇਟ ਇਨਕਰੀਜ਼ ਕਿੱਦਾਂ ਕਰ ਸਕਦੀਆਂ ਨੇ ਜੀ ਸੋ ਇਹਦੇ ਅਸਰ ਨਾਲ ਐਕਚੁਅਲੀ ਫॉर ਨਾਓ ਜਿਹੜਾ ਰੇਟ ਹੈ ਉਹ ਇਨਕਰੀਜ਼ਡ ਹੈ ਟੂ ਆਨਸਰ ਇਟ ਇਨ ਅ ਸਿੰਪਲਰ ਵੇ ਕਿ ਇਸ ਵੇਲੇ ਰੇਟ ਥੋੜਾ ਹਾਇਰ ਹੋ ਗਿਆ ਜੋ ਕਿ ਐਕਸਪੈਕਟਡ ਨਹੀਂ ਸੀਗਾ ਇਕਨੋਮੀ ਡਾਊਨ ਹੈ ਗੋਇੰਗ ਫਾਰਵਰਡ ਅਸੀਂ ਐਕਸਪੈਕਟ ਕਰਦੇ ਹਾਂ ਕਿ ਇਹ ਥੋੜਾ ਜਿਹਾ ਬੈਲੈਂਸ ਹੋ ਜਾਊਗਾ ਓਕੇ ਸੋ ਨੀਨਾ ਇਹਦੇ ਨਾਲ ਹੀ ਮੈਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਬੈਂਕਸ ਨੇ ਤਾਂ ਮੌਰਗੇਜ ਦੇ ਜਿਹੜੇ ਰੇਟ ਸੀਗੇ ਖਾਸ ਕਰਕੇ ਫਿਕਸਡ ਉਹ ਥੋੜੇ ਵਧਾਏ ਆ ਪਰ ਬੈਂਕ ਆਫ ਕੈਨੇਡਾ ਨੇ ਪ੍ਰਾਈਮ ਕੁਝ ਡ੍ਰੌਪ ਕੀਤਾ ਸੀ ਇਹਦੇ ਬਾਰੇ ਕੁਝ ਥੋੜਾ ਜਿਹਾ ਦੱਸੋ ਸੋ ਜਦੋਂ ਵੀ ਕੋਈ ਇਕਨੋਮੀ ਤੇ ਇਦਾਂ ਦਾ ਕੇਸ ਹੁੰਦਾ ਹੈ ਬੈਂਕ ਆਫ ਕੈਨੇਡਾ ਕੋਲ ਕੁਝ ਆਪਸ਼ਨਸ ਹੁੰਦੀਆਂ ਇੱਕ ਆਪਸ਼ਨ ਉਹਨਾਂ ਕੋਲ ਹੁੰਦੀ ਹੈ ਕਿ ਉਹ ਜਿਹੜਾ ਉਹਨਾਂ ਦਾ ਲੈਂਡਿੰਗ ਰੇਟ ਹੈ ਉਹ ਘਟਾ ਦਿੰਦੇ ਨੇ ਦੇ ਕੱਟ ਇਟ ਬੈਕ ਉਹਦੇ ਨਾਲ ਕੀ ਹੁੰਦਾ ਡਾਇਰੈਕਟ ਜਿਹੜੇ ਲੈਂਡਰਸ ਨੇ ਉਹਨਾਂ ਨੂੰ ਫਾਇਦਾ ਹੁੰਦਾ ਹੈ ਬਿਜ਼ਨੈਸਸ ਨੂੰ ਫਾਇਦਾ ਇਕਨੋਮੀ ਨੂੰ ਇੱਕ ਤਰੀਕੇ ਨਾਲ ਸਪੋਰਟ ਮਿਲਦੀ ਹੈ ਜਦੋਂ ਉਹ ਇੰਟਰਸਟ ਰੇਟ ਘਟਾ ਦਿੰਦੇ ਨੇ and they went ahead and ਉਹਨਾਂ ਨੇ interest rate ਘਟਾ ਦਿੱਤਾ and as well interest rate ਕਾਫੀ ਘੱਟ ਹੈ it's like almost at the bottom back again as ਤੋਂ ਥੱਲੇ ਹੁਣ Bank of Canada ਜਾ ਨਹੀਂ ਸਕਦੀ like ਇਸ ਤੋਂ ਜ਼ਿਆਦਾ ਹੁਣ ਜੇ ਆਪਾਂ ਜਾਵਾਂਗੇ ਤਾਂ ਨੈਗੇਟਿਵ ਵਿੱਚ ਜ਼ੀਰੋ ਚ ਜਾਵਾਂਗੇ ਸੋ ਜਿੰਨਾ ਬੈਂਕ ਕਰ ਸਕਦੀ ਸੀ Bank of Canada ਉਹਨਾਂ ਨੇ ਆਪਣੇ ਵੱਲੋਂ ਉਹਨਾਂ ਸਾਨੂੰ relief is what we'll call it ਉਹਨਾਂ ਨੇ ਸਾਨੂੰ ਉਹਨਾਂ relief already provide ਕਰ ਦਿੱਤਾ ਜੀ ਸੋ ਨੀਨਾ ਮੇਰਾ ਅਗਲਾ ਜਿਹੜਾ ਕੰਸਰਨ ਸੀਗਾ ਜਿਸ ਤਰ੍ਹਾਂ ਬੜੀ ਤਰਾਸਦੀ ਨਾਲ ਇਹ ਗੱਲ ਸਾਹਮਣੇ ਆਈ ਆ ਕਿ ਕਾਫੀ ਲੋਕਾਂ ਨੇ ਆਪਣੀਆਂ ਜੌਬਸ ਗਵਾਈਆਂ ਕਾਫੀ ਫਾਈਨੈਂਸ਼ੀਅਲ ਹਾਰਡਸ਼ਿਪ ਕਾਫੀ ਆਪਣੇ ਜੋ ਆਪਣੇ ਭੈਣ ਭਰਾ ਦੇਖ ਰਹੇ ਆ ਸੋ ਇਹਦੇ ਵਾਸਤੇ ਫਾਈਨੈਂਸ਼ੀਅਲ ਅਦਾਰਿਆਂ ਨੇ ਕੁਝ ਹੰਭਲਾ ਮਾਰਿਆ ਜਾਂ ਫਿਰ ਜਿਹੜੀਆਂ ਮੌਰਗੇਜ ਪੇਮੈਂਟਸ ਹੈਗੀਆਂ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਮੈਨੇਜ ਕਰ ਸਕਦੇ ਹੋ ਜਦੋਂ ਕਿਸੇ ਕੋਲੇ ਜੌਬ ਹੀ ਨਹੀਂ ਰਹੀ ਤਾਂ ਉਹ ਆਪਣੀਆਂ ਪੇਮੈਂਟਸ ਨੂੰ ਕਿਸ ਤਰ੍ਹਾਂ ਕੀਪ ਅਪ ਕਰ ਸਕਦਾ ਸੋ ਕੁਝ ਇਹ ਵਿੱਤੀ ਅਦਾਰਿਆਂ ਨੇ ਕੁਝ ਚੀਜ਼ ਕੋਈ ਇੰਟਰੋਡਿਊਸ ਕੀਤੀ ਹੈ ਤੁਸੀਂ ਇਸ ਗੱਲ ਤੋਂ ਥੋੜਾ ਸਾਹ ਲੈ ਸਕੋ ਹਾਂਜੀ ਗਵਰਨਮੈਂਟ ਨੇ ਸਟੈਪ ਇਨ ਡੈਫੀਨਿਟਲੀ ਕੀਤਾ ਇਹਦੇ ਵਿੱਚ ਐਂਡ ਗਵਰਨਮੈਂਟ ਨੇ ਕਿਹਾ ਕਿ ਵੀ ਆਪਣੇ ਲੈਂਡਰਸ ਉਹਨਾਂ ਨੇ ਸਾਰੇ ਲੈਂਡਰਸ ਨੂੰ ਇਨਸਟਰਕਸ਼ਨਸ ਦਿੱਤੀਆਂ ਕਿ ਇਸ ਵੇਲੇ ਜੌਬਸ ਜਾ ਰਹੀਆਂ ਨੇ ਹਾਊਸਿੰਗ ਮਾਰਕੀਟ ਇਨ ਜਨਰਲ ਸਾਡੀ ਜਿਹੜੀ ਉਹ ਬਹੁਤ ਹੀ ਇੰਪੋਰਟੈਂਟ ਸੈਕਟਰ ਹੈ ਕਿਉਂਕਿ ਜਿੰਨਾ ਇਹ ਗਰੋ ਕੀਤਾ ਹੈ ਸਾਡੀ ਇਕਨੋਮੀ ਨੂੰ ਜਿੰਨੀ ਇਸ ਚੀਜ਼ ਨੇ ਹੈਲਪ ਕੀਤੀ ਹੈ ਗਵਰਨਮੈਂਟ ਚਾਹੁੰਦੀ ਹੈ ਕਿ ਉਹ ਇਸ ਸੈਕਟਰ ਨੂੰ ਸਪੋਰਟ ਕਰੇ ਸੋ ਇਹ ਬਣਿਆ ਰਹੇ ਸੋ ਗਵਰਨਮੈਂਟ ਨੇ ਸਟੈਪ ਇਨ ਕੀਤਾ ਐਂਡ ਉਹਨਾਂ ਨੇ ਰਿਕੁਐਸਟ ਕੀਤੀ ਲੈਂਡਰਸ ਨੂੰ ਕਿ ਜਿਨ੍ਹਾਂ ਦੀਆਂ ਜੌਬਸ ਗਈਆਂ ਨੇ ਉਹਨਾਂ ਨੂੰ ਹੈਲਪ ਐਂਡ ਰਿਲੀਫ ਮਿਲਣਾ ਚਾਹੀਦਾ ਹੈ
ਉਹਦੇ ਚੱਲਦੇ ਜਿਹੜੇ ਸਾਡੇ ਲੈਂਡਰਸ ਨੇ ਉਹਨਾਂ ਨੇ they've come up with something called payment deferral. Okay. ਜਿਹੜੀ as a consumer ਮੈਂ ਇੱਕ payment ਦੇਣੀ ਆ ਕਿਉਂਕਿ ਮੇਰੀ ਜੌਬ ਚਲੀ ਗਈ ਹੈ, ਮੈਂ ਫਾਈਨੈਂਸ਼ੀਅਲ ਹਾਰਡਸ਼ਿਪਸ ਦੇ ਥਰੂ ਜਾ ਰਹੀ ਹਾਂ, ਮੈਂ ਰਿਕੁਐਸਟ ਕਰ ਸਕਦੀ ਹਾਂ ਆਪਣੇ ਲੈਂਡਰ ਨੂੰ ਜਾ ਕੇ ਕਿ ਜਿਹੜੀ ਮੇਰੀ ਪੇਮੈਂਟ ਹੈ ਇਹਨੂੰ 1 ਮਹੀਨੇ ਲਈ ਜਾਂ 2 ਮਹੀਨੇ ਲਈ ਜਾਂ 3 ਮਹੀਨੇ ਲਈ ਇਹਨੂੰ ਅਸੀਂ डिफर कर सकिए, जिसका मतलब है कि मैं अगले 3 महीने फाइनेंशियल हार्डशिप्स करके पेमेंट्स नहीं कर पाऊंगी, सो मैंने अकोमोडेट किया जाए। ओके जी। सो नीना ये दसो भी ਜਿਹੜੀ ਮੌਰਗੇਜ ਡਿਫਰ ਤੁਸੀਂ ਕਿਹਾ ਵੀ ਕਿ ਵਿੱਤੀ ਅਦਾਰੇ ਇਹ ਚੀਜ਼ ਕਰ ਰਹੇ ਆ ਖਾਸ ਕਰਕੇ ਜੇ ਕਿਸੇ ਨੂੰ ਵੀ ਫਾਈਨੈਂਸ਼ੀਅਲ ਹਾਰਡਸ਼ਿਪ ਹੈਗੀ ਆ, ਸੋ ਇਹ ਮੌਰਗੇਜ ਡਿਫਰਲ ਪ੍ਰੋਗਰਾਮ ਆਪਣੇ ਲਈ ਕਿਸ ਤਰ੍ਹਾਂ ਹੈਲਪ ਕਰ ਸਕਦਾ? very good question. So मैं दिया हुन डिटेल्स च जाऊंगी थोड़ा जा। तो लेट्स से कि मेरी जॉब चली गई, हुन मेरे को इनकम नहीं आ रही, मेरी पेमेंट खड़ी है, सो मैं अपने लेंडर ਨੂੰ ਜਾ ਕੇ ਰਿਕੁਐਸਟ ਕਰ ਸਕਦੀ ਹਾਂ ਜਾਂ ਫਿਰ ਆਪਣੇ ਪ੍ਰੋਫੈਸ਼ਨਲ ਬ੍ਰੋਕਰ ਜਿਹਦੇ ਥਰੂ ਮੌਰਗੇਜ ਹੈਗੀ ਹੈ ਮੈਂ ਉਹਨਾਂ ਨੂੰ ਰਿਕੁਐਸਟ ਕਰ ਸਕਦੀ ਹਾਂ ਕਿ ਹੈਲਪ ਮੀ ਆਊਟ, ਮੈਂ ਇਹ ਪੇਮੈਂਟ ਡਿਫਰ ਕਰਨੀ ਹੈ ਨਾ। ਇੱਕ ਚੀਜ਼ ਮੈਂ ਇੱਥੇ ਬਹੁਤ ਮੇਕ ਸ਼ੋਰ ਕਰਨਾ ਚਾਹੂੰਗੀ ਕਿ ਕਲੀਅਰ ਹੋਵੇ ਕਿ ਪੇਮੈਂਟ ਵੇਕੇਸ਼ਨ ਔਰ ਪੇਮੈਂਟ ਡਿਫਰਲ ਦੋ ਚੀਜ਼ਾਂ ਨੇ। ਇਹ ਪੇਮੈਂਟ ਵੇਕੇਸ਼ਨ ਨਹੀਂ ਹੈ। ਵੇਕੇਸ਼ਨ ਦਾ ਮਤਲਬ ਹੈ ਤੁਸੀਂ ਪੇ ਨਹੀਂ ਕੀਤੀ, ਕੋਈ ਚੱਕਰ ਨਹੀਂ ਹੈ। ਇੰਟਰਸਟ ਜਿਹੜੀ ਸਾਡੀ ਪੇਮੈਂਟ ਹੈ ਉਹਦੇ ਵਿੱਚ ਇੰਟਰਸਟ ਪੋਰਸ਼ਨ ਹੁੰਦਾ ਐਂਡ ਪ੍ਰਿੰਸੀਪਲ ਪੋਰਸ਼ਨ ਹੁੰਦਾ ਜੀ। ਵੇਕੇਸ਼ਨ ਦਾ ਮਤਲਬ ਹੈ ਤੁਸੀਂ ਪੇਮੈਂਟ ਨਹੀਂ ਕੀਤੀ, ਕੋਈ ਨੋ ਪ੍ਰੋਬਲਮਸ ਐਟ ਆਲ, ਯੂ ਨਾਟ ਡਨ ਅ ਪੇਮੈਂਟ, ਤੁਸੀਂ ਇੰਟਰਸਟ ਨਹੀਂ ਪੇ ਕੀਤਾ, ਪ੍ਰਿੰਸੀਪਲ ਨਹੀਂ ਪੇ ਕੀਤਾ, ਬੈਂਕ ਇਜ਼ ਓਕੇ ਵਿਦ ਇਟ ਜੀ। ਪੇਮੈਂਟ ਡਿਫਰਲ ਦੇ ਵਿੱਚ ਇਦਾਂ ਹੈ ਕਿ ਤੁਸੀਂ ਇਸ ਚੀਜ਼ ਨੂੰ ਸਿਰਫ 3 ਮਹੀਨੇ ਲਈ ਪੋਸਟਪੋਨ ਕਰ ਰਹੇ ਹੋ ਜਿਹੜੀਆਂ ਤੁਹਾਡੀਆਂ ਪੇਮੈਂਟਸ ਨੇ। ਹੁਣ ਹਰ ਲੈਂਡਰ ਦੀ ਆਪਣੀ ਰੈਗੂਲੇਸ਼ਨ ਹੈ। ਕੁਝ ਲੈਂਡਰਸ ਕਹਿ ਰਹੇ ਆ ਤੁਹਾਨੂੰ ਇੰਟਰਸਟ ਪੇ ਕਰਨਾ ਪੈਣਾ ਆਪਣੀ ਮੌਰਗੇਜ ਤੇ। ਹੁਣ ਹਰ ਲੈਂਡਰ ਕੇਸ ਬਾਈ ਕੇਸ ਇਸ ਚੀਜ਼ ਨੂੰ ਡਿਸਾਈਡ ਕਰ ਰਿਹਾ। ਜੇ ਕਿਸੇ ਕੋਲ ਬਹੁਤ ਸਾਰੀਆਂ ਰੈਂਟਲ ਪ੍ਰਾਪਰਟੀਆਂ ਨੇ ਸੋ ਉਹਨਾਂ ਨੇ ਉਸ ਕੇਸ ਨੂੰ ਉਸ ਹਿਸਾਬ ਨਾਲ ਦੇਖ ਕੇ ਕਹਿਣਾ ਹੈ ਤੁਸੀਂ ਏਦਾਂ ਕਰੋ, ਤੁਸੀਂ ਪ੍ਰਿੰਸੀਪਲ ਪੇਮੈਂਟ ਨਹੀਂ ਕਰੋ, ਤੁਸੀਂ ਇੰਟਰਸਟ ਪੇਮੈਂਟ ਕੱਲੀਆਂ ਕਰਦੇ ਚਲੋ। ਜਾਂ ਫਿਰ ਉਹਨਾਂ ਨੇ ਕਹਿਣਾ ਹੈ ਆਫਟਰ 3 ਮੰਥਸ ਜਦੋਂ ਤੁਹਾਡਾ ਡਿਫਰਲ ਪੀਰੀਅਡ ਓਵਰ ਹੈ ਜਾਂ 4 ਮੰਥਸ ਜਦੋਂ ਤੁਹਾਡਾ ਡਿਫਰਲ ਪੀਰੀਅਡ ਓਵਰ ਹੈ ਤੁਸੀਂ ਉਹ ਇੰਟਰਸਟ ਪੇਮੈਂਟ ਇਕੱਠੀ ਕਰਨੀ ਹੈ। ਜਾਂ ਤਾਂ ਉਹਨੂੰ ਇਕੱਠੀ ਪੇ ਕਰ ਦਿਓ ਜਾਂ ਫਿਰ ਉਹ ਤੁਹਾਡਾ ਜਿਹੜਾ ਮੌਰਗੇਜ ਬੈਲੈਂਸ ਹੈ ਅਸੀਂ ਉਹਦੇ ਵਿੱਚ ਐਡ ਕਰ ਦਾਂਗੇ। ਸੋ ਤੁਹਾਨੂੰ ਉਹ ਇੰਟਰਸਟ ਪੇ ਕਰਨਾ ਪੈਣਾ ਹੈ। ਬੈਂਕ ਸਿਰਫ ਤੁਹਾਨੂੰ ਇੰਨਾ ਰਿਲੀਫ ਦੇ ਰਹੀ ਹੈ ਜਾਂ ਲੈਂਡਰ ਤੁਹਾਨੂੰ ਸਿਰਫ ਇੰਨਾ ਰਿਲੀਫ ਦੇ ਰਹੇ ਨੇ ਕਿ 3 ਮਹੀਨਿਆਂ ਲਈ ਉਹ ਤੁਹਾਨੂੰ ਇਹ ਕਹਿੰਦੇ ਕਿ ਜੇ ਤੁਸੀਂ ਨਹੀਂ ਕਰ ਸਕਦੇ ਪੇਮੈਂਟਸ ਤੇ ਉਹ ਅਕਿਊਮੂਲੇਟ ਜਾਣਗੇ। ਓਕੇ, ਸੋ ਇਹ ਕੁਝ ਸਟੈਂਡਰਡ ਫਾਰਮੈਟ ਨਹੀਂ ਹੈ। ਸਾਰੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦਾ ਆਪੋ ਆਪਣਾ ਨਜ਼ਰੀਆ ਦੇਖਣ ਦਾ ਜਾਂ ਕਲਾਇੰਟ ਬੇਸਿਸ ਤੇ ਹੋ ਡਿਸਾਈਡ ਕਰ ਸਕਦੇ। ਇਜ਼ ਦੈਟ ਵਾਟ ਯੂ ਮੀਨ ਟੂ ਸੇ? ਹਾਂਜੀ, ਐਗਜ਼ੈਕਟਲੀ ਜੀ। ਸੋ ਨੀਨਾ ਥੋੜਾ ਜਿਹਾ ਇਹ ਹੋਰ ਐਲੈਬੋਰੇਟ ਕਰੋ ਕਿ ਮੌਰਗੇਜ ਡਿਫਰਲ ਡਸ ਦੈਟ ਮੀਨ ਕਿ ਹੁਣ ਸਾਡੀ ਪੇਮੈਂਟ ਖਤਮ ਹੋ ਗਈ ਜਾਂ ਇਹ ਪੇਮੈਂਟ ਕੈਂਸਲ ਹੋ ਗਈ, ਸਾਨੂੰ ਕਦੇ ਵੀ ਨਹੀਂ ਦੇਣੀ ਪੈਣੀ? ਇਹ ਥੋੜਾ ਜਿਹਾ ਇਹਦੇ ਬਾਰੇ ਹੋਰ ਸਾਨੂੰ ਡਿਟੇਲ ਵਿੱਚ ਦੱਸੋ। ਸੋ ਜਿਹੜੀਆਂ ਇਹ ਪੇਮੈਂਟਸ ਨੇ, ਪਹਿਲੀ ਗੱਲ ਮੈਂ ਫਿਰ ਦੁਹਰਾਵਾਂਗੀ ਕਿ ਹਰ ਲੈਂਡਰ ਦਾ ਆਪਣਾ ਰੈਗੂਲੇਸ਼ਨ ਹੈ, ਉਹਨਾਂ ਨੇ ਆਪਣੇ ਆਪਣੇ ਰੂਲਸ ਲਗਾਏ ਹੋਏ ਨੇ। ਸੋ ਲੈਟਸ ਸੇ ਮੈਂ ਕਿਹਾ ਮੇਰੀ 2000 ਪੇਮੈਂਟ ਸੀ ਮਹੀਨੇ ਦੀ ਐਂਡ ਐਕਚੁਅਲੀ ਇੱਕ ਲਾਈਵ ਕੇਸ ਹੈ ਮੇਰਾ ਜਿਹੜਾ ਮੈਂ ਕਿਸੇ ਦੀ ਹੈਲਪ ਕੀਤੀ ਹੈ, ਸੋ ਮੈਂ ਉਹੀ ਸ਼ੇਅਰ ਕਰਾਂਗੀ। ਮੈਂ ਰਾਉਂਡ ਅਪ ਕਰ ਦਿੱਤਾ ਨੰਬਰ 2000 ਤੇ। ਸੋ ਉਹਨਾਂ ਦੀ 2000 ਦੀ ਪੇਮੈਂਟ ਸੀਗੀ ਤੇ ਅਗਲੇ 3 ਮਹੀਨਿਆਂ ਤੱਕ ਉਹਨਾਂ ਨੇ ਡਿਫਰ ਕੀਤੀ ਹੈ ਪੇਮੈਂਟ। ਸੋ ਜਿਹੜਾ ਪ੍ਰਿੰਸੀਪਲ ਔਰ ਇੰਟਰਸਟ ਪੋਰਸ਼ਨ ਹੈ, ਮੈਂ ਐਗਜ਼ਾਮਪਲ ਦੇ ਰਹੀ ਹਾਂ ਕਿ 1000 ਲੈਟਸ ਸੇ ਪ੍ਰਿੰਸੀਪਲ ਹੈ, 1000 ਇੰਟਰਸਟ ਹੈ। ਸੋ ਬੈਂਕ ਨੇ ਉਹਨਾਂ ਨੂੰ ਇਹ ਕਿਹਾ ਤੁਸੀਂ ਕਿਸੇ 3 ਮਹੀਨੇ ਪੇਮੈਂਟਸ ਨਹੀਂ ਕਰ ਰਹੇ, ਤੁਹਾਡਾ ਜਿਹੜਾ ਪ੍ਰਿੰਸੀਪਲ ਹੈ ਉਹ ਤਾਂ ਪੇ ਡਾਊਨ ਨਹੀਂ ਹੋਊਗਾ। 3 ਮਹੀਨਿਆਂ ਬਾਅਦ ਜਿਹੜਾ $3000 ਇੰਟਰਸਟ ਸੀਗਾ ਜਿਹੜਾ ਤੁਸੀਂ ਪੇ ਨਹੀਂ ਕੀਤਾ, ਜਾਂ ਤਾਂ 3 ਮਹੀਨਿਆਂ ਬਾਅਦ ਉਹ ਸਾਨੂੰ ਇਕੱਠਾ ਦੇ ਦਿਓ। ਓਕੇ, ਦੇਣਗੇ ਉਹ ਤੁਹਾਨੂੰ ਕਿਉਂਕਿ ਇਹ ਡਿਫਰ ਕੀਤੀ ਹੈ। ਡਿਫਰ ਮੀਨਸ ਮੈਂ ਡਿਲੇ ਕਰ ਰਹੀ ਹਾਂ, ਪੇਮੈਂਟ ਡਿਲੇ ਕਰ ਰਹੀ ਹਾਂ, ਮੈਂ ਛੁੱਟੀ ਨਹੀਂ ਲੈ ਰਹੀ ਹਾਂ। ਇਟਸ ਨਾਟ ਅ ਵੇਕੇਸ਼ਨ ਫਰਮ ਦ ਪੇਮੈਂਟ। ਸੋ 3 ਮਹੀਨਿਆਂ ਬਾਅਦ ਜਾਂ ਤਾਂ ਤੁਸੀਂ ਉਹ $3000 ਰਾਈਟ ਅਵੇ ਲੰਪ ਸਮ ਇਕੱਠਾ ਦੇ ਦਿਓ। ਜੇ ਤੁਸੀਂ ਉਹ ਇਕੱਠਾ ਨਹੀਂ ਦੇ ਸਕਦੇ ਤਾਂ ਬੈਂਕਸ ਤੁਹਾਨੂੰ ਆਪਸ਼ਨਸ ਦੇਣਗੇ। ਬੈਂਕਸ ਵਿਲ ਸੇ ਜਾਂ ਤਾਂ ਇਸ ਚੀਜ਼ ਨੂੰ ਤੁਸੀਂ ਆਪਣਾ ਜਿਹੜਾ ਲੈਟਸ ਸੇ 3 ਮਹੀਨਿਆਂ ਬਾਅਦ ਜੋ ਤੁਹਾਡੀ ਮੌਰਗੇਜ ਰਿਨਿਊ ਹੋਊਗੀ ਜਦੋਂ ਵੀ ਉਦੋਂ ਜਿੰਨਾ ਬੈਲੈਂਸ ਹੈ, ਲੈਟਸ ਸੇ ਤੁਹਾਡੀ 4 ਲੱਖ ਦੀ ਮੌਰਗੇਜ ਸੀ, ਸੋ ਜਿਹੜਾ $3000 ਹੈ ਹੁਣ ਤੁਹਾਡੀ ਮੌਰਗੇਜ ਦਾ ਬੈਲੈਂਸ 4 ਲੱਖ 3000 ਹੋ ਗਿਆ, ਉਹਦੇ ਚ ਐਡ ਅਪ ਹੋ ਗਿਆ। ਫਿਰ ਉਹਦੇ ਤੇ ਤੁਸੀਂ ਇੰਟਰਸਟ ਪੇ ਕਰਦੇ ਹੋ। ਜਸਟ ਬੀ ਕਲੀਅਰ ਹੈ ਨਾ। ਇਹਦੇ ਵਿੱਚ ਫੇਰ ਅਗੇਨ ਹਰ ਲੈਂਡਰ ਡਿਫਰੈਂਟ ਹੈ। ਸੋ ਜੇ ਕਿਸੇ ਕੋਲ ਕੋਈ ਸਪੈਸਿਫਿਕ ਕੁਐਸਚਨ ਹੋਵੇ ਹੈ ਨਾ ਕਿ ਵੀ ਮੇਰੇ ਕੇਸ ਵਿੱਚ ਕਿੱਦਾਂ ਵਰਕ ਕਰੂਗਾ, ਆਈ ਵੁੱਡ ਸੁਜੈਸਟ ਕਿ ਜਾਂ ਤਾਂ ਉਹ ਪ੍ਰੋਫੈਸ਼ਨਲ ਬ੍ਰੋਕਰ ਨੂੰ ਮਿਲਣ ਜਾਂ ਫਿਰ ਡਾਇਰੈਕਟਲੀ ਆਪਣੇ ਲੈਂਡਰ ਨਾਲ ਗੱਲ ਕਰਨ। ਬਿਲਕੁਲ। ਸੋ ਨੀਨਾ ਆਪਾਂ ਗੱਲਬਾਤ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ। ਸੋ ਅਸੀਂ ਆਉਂਦੇ ਹਾਂ ਜੀ ਬ੍ਰੇਕ ਤੋਂ ਬਾਅਦ।
ਪ੍ਰੋਗਰਾਮ ਵਿੱਚ ਤੁਹਾਡਾ ਦੁਬਾਰਾ ਫਿਰ ਅਸੀਂ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ। ਨੀਨਾ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ, ਤੁਹਾਨੂੰ ਜੀ ਆਇਆਂ ਨੂੰ। ਥੈਂਕ ਯੂ। ਨੀਨਾ, ਆਪਾਂ ਬੜੀ ਵਧੀਆ ਕਨਵਰਸੇਸ਼ਨ ਕਰ ਰਹੇ ਸੀਗੇ ਮੌਰਗੇਜ ਡਿਫਰਲ ਪ੍ਰੋਗਰਾਮ ਬਾਰੇ। ਤੁਸੀਂ ਥੋੜਾ ਜਿਹਾ ਸਾਨੂੰ ਇਹ ਦੱਸੋ ਕਿ ਇਹ ਸਾਰੀ ਚੀਜ਼ ਦਾ ਪ੍ਰੋਸੈਸ ਕਿਸ ਤਰ੍ਹਾਂ ਹੁੰਦਾ ਆ। ਜੇ ਕਿਸੇ ਨੇ ਮੌਰਗੇਜ ਡਿਫਰਲ ਲਈ ਅਪਰੋਚ ਕਰਨਾ ਆ, ਆਪਣੇ ਫਾਈਨੈਂਸ਼ੀਅਲ ਅਦਾਰੇ ਕੋਲ ਗਿਆ, ਸੋ ਕਿਸ ਤਰ੍ਹਾਂ ਇਹ ਸਾਰਾ ਪ੍ਰੋਸੈਸ ਵਰਕਆਊਟ ਹੁੰਦਾ ਹੈ? ਸੋ ਜੇ ਤੁਸੀਂ ਆਪਣੀ ਮੌਰਗੇਜ ਡਿਫਰਲ ਕਰਾਣੀ ਹੈ, ਸਭ ਤੋਂ ਪਹਿਲੇ ਤੁਸੀਂ ਆਪਣੇ ਪ੍ਰੋਫੈਸ਼ਨਲ ਨੂੰ ਕੰਟੈਕਟ ਕਰੋ। ਜੇ ਤੁਸੀਂ ਕਿਸੇ ਬ੍ਰੋਕਰ ਕੋਲੋਂ ਮੌਰਗੇਜ ਲਈ ਹੋਈ ਹੈ, ਤੁਸੀਂ ਉਹਨਾਂ ਨੂੰ ਕੰਟੈਕਟ ਕਰੋ। ਐਂਡ ਜਾਂ ਫਿਰ ਜੇ ਤੁਸੀਂ ਲੈਂਡਰ ਬੈਂਕ ਕੋਲੋਂ ਕਿਤੋਂ ਵੀ ਡਾਇਰੈਕਟ ਲਈ ਹੋਈ ਹੈ, ਲੈਂਡਰਸ ਨੂੰ ਡਾਇਰੈਕਟ ਤੁਸੀਂ ਕੰਟੈਕਟ ਕਰ ਸਕਦੇ ਹੋ। ਇੱਕ ਤੁਹਾਨੂੰ ਫਾਰਮ ਦਿੱਤਾ ਜਾਏਗਾ। ਨਾਓ ਹਰ ਲੈਂਡਰ ਦਾ ਫਾਰਮ ਡਿਫਰੈਂਟ ਹੈ, ਹਰ ਲੈਂਡਰ ਡਿਫਰੈਂਟ ਇਨਫੋਰਮੇਸ਼ਨ ਮੰਗਦਾ ਹੈ। ਤੁਸੀਂ ਉਹ ਫਾਰਮ ਭਰਦੇ ਹੋ। ਕੁਝ ਫਾਰਮਸ ਜਿਹੜੇ ਨੇ ਉਹ ਬਿਲਕੁਲ ਸਿੰਪਲ ਨੇ, ਉਹ ਸਿਰਫ ਤੁਹਾਡਾ ਮੌਰਗੇਜ ਨੰਬਰ ਮੰਗਦੇ ਨੇ, ਕਿੰਨੇ ਮੰਥਲੀ ਡਿਫਰਲ ਕਰਨੀ ਹੈ, ਕੋਈ ਵਾਧੂ ਕੁਐਸਚਨਸ ਨਹੀਂ ਹੈਗੇ। ਯੂ ਜਸਟ ਸਾਈਨ ਇਟ ਆਫ, ਉਹ ਤੁਸੀਂ ਭੇਜ ਦਿੰਦੇ ਹੋ, ਤੁਹਾਡੀ ਮੌਰਗੇਜ ਡਿਫਰ ਕਰ ਦਿੰਦੇ ਆ। ਪਲੀਜ਼ ਇਸ ਗੱਲ ਦਾ ਧਿਆਨ ਰੱਖਿਆ ਜਾਏ, ਜੇ ਤੁਸੀਂ ਆਪਣੀ ਮੌਰਗੇਜ ਪੇਮੈਂਟ ਦੇ ਟੂ ਕਲੋਜ਼ ਹੋ ਤੇ ਪਲੀਜ਼ ਬੀ ਰੈਡੀ ਕਿ ਤੁਹਾਡੇ ਕੋਲ ਫੰਡਸ ਹੋਣ, ਕਿਉਂਕਿ ਹੋ ਸਕਦਾ ਹੈ ਰਾਈਟ ਅਵੇ ਜਿਹੜਾ ਤੁਹਾਡਾ ਲੈਂਡਰ ਉਹ ਡਿਫਰ ਨਾ ਕਰ ਸਕੇ। ਸੋ ਲੈਂਡਰ ਨੂੰ ਇਨਫ ਐਟਲੀਸਟ 7 ਬਿਜ਼ਨਸ ਡੇਜ਼ ਚਾਹੀਦੇ ਹੁੰਦੇ ਨੇ ਕਿ ਉਹ ਪੇਮੈਂਟ ਡਿਫਰ ਕਰ ਸਕਣ। ਇੱਕ ਉਹ ਸੇਫਟੀ ਨੈਟ ਟਾਈਮ ਹੋ ਜਾਂਦਾ ਹੈ। ਸੋ ਜੇ ਤੁਹਾਨੂੰ ਪਤਾ ਹੈ ਤੁਹਾਨੂੰ ਡਿਫਰ ਕਰਨ ਦੀ ਜ਼ਰੂਰਤ ਹੈ, ਸੋ ਐਕਟ ਰਾਈਟ ਅਵੇ। ਉਹਨਾਂ ਨੂੰ ਤਾਂ ਆਪਣੀ ਪੇਮੈਂਟ ਤੋਂ ਐਟਲੀਸਟ 10 ਦਿਨ ਪਹਿਲੇ ਉਹਨਾਂ ਨੂੰ ਫਾਰਮ ਭਰ ਕੇ ਪ੍ਰੋਵਾਈਡ ਕਰ ਦਿਓ ਕਿ ਸਾਨੂੰ ਡਿਫਰਲ ਚਾਹੀਦਾ। ਐਂਡ once you fill up the form, they will ਜਿਹੜੇ ਲੈਂਡਰਸ ਨੇ ਉਹ ਕਰ ਦਿੰਦੇ ਨੇ। ਜੀ। ਸੋ ਨੀਨਾ, ਇਹ ਦੱਸੋ ਕਿ ਇਹਦੀ ਕੋਈ ਐਲੀਜੀਬਿਲਿਟੀ ਵੀ ਹੈਗੀ ਹੈ? ਜਿਸ ਤਰ੍ਹਾਂ ਹੁਣ ਕੋਈ ਵੀ ਆਪਣੇ ਫਾਈਨੈਂਸ਼ੀਅਲ ਅਦਾਰੇ ਵਿੱਚ ਜਾਂਦਾ ਹੈ, ਸੋ ਉਹ ਕੁਝ ਸਰਟਨ ਕ੍ਰਾਈਟੇਰੀਆ ਹੈਗਾ ਜਿਹਦੇ ਬੇਸਿਸ ਤੇ ਉਹ ਦੇਖਦਾ ਕਿ ਇਹ ਬੰਦਾ ਕੁਆਲੀਫਾਈ ਕਰਦਾ ਜਾਂ ਐਲੀਜੀਬਲ ਹੈ? ਕਈ ਬੈਂਕਸ ਜਿਹੜੇ ਨੇ ਜਦੋਂ ਤੁਹਾਨੂੰ ਫਾਰਮ ਭੇਜਦੇ ਨੇ ਉਹਦੇ ਵਿੱਚ ਕੁਐਸਚਨ ਹੈ ਕਿ ਤੁਹਾਨੂੰ ਡਿਫਰਲ ਕਿਉਂ ਚਾਹੀਦਾ, ਹੈਵ ਯੂ ਲਾਸਟ ਯੂਰ ਜੌਬ, ਤੁਹਾਨੂੰ ਫਾਈਨੈਂਸ਼ਲੀ ਕਿੱਦਾਂ ਇੰਪੈਕਟ ਕੀਤਾ ਹੈ। ਫॉर ਬੈਂਕ ਇਹ ਮੇਕ ਸੈਂਸ ਕਰੇ ਕਿ ਉਹ ਤੁਹਾਨੂੰ ਡਿਫਰਲ ਅਲਾਉ ਕਰਨ। ਨਾਓ ਕਈ ਬੈਂਕਸ ਹੈਗੀਆਂ ਜਿਹੜੀਆਂ ਕੋਈ ਕੁਐਸਚਨ ਨਹੀਂ ਪੁੱਛਦੀਆਂ, ਪਰ ਮੈਂ ਇੱਕ ਗੱਲ ਕਹਿਣਾ ਚਾਹੂੰਗੀ, ਜੇ ਅਸੀਂ ਪੇਮੈਂਟਸ ਕਰ ਸਕਦੇ ਹਾਂ, ਇਹ ਐਕਸਪੈਕਟਡ ਹੈ ਕਿ ਅਸੀਂ ਪੇਮੈਂਟ ਕਰੀਏ। ਓਕੇ, ਜਸਟ ਬਿਕਾਜ਼ ਡਿਫਰਲ ਅਵੇਲੇਬਲ ਹੈ ਹਰ ਇੱਕ ਲਈ ਏਦਾਂ ਨਹੀਂ ਕਿ ਤੁਸੀਂ ਕਿਹਾ ਕਿ ਫਾਰਮ ਭਰ ਕੇ ਮੈਨੂੰ ਮੈਂ ਡਿਫਰਲ ਲੈਣਾ, ਉਹਨਾਂ ਨੇ ਤੁਹਾਨੂੰ ਡਿਫਰਲ ਦੇ ਦਿੱਤਾ। ਜੀ, ਜੇ ਤੁਹਾਨੂੰ ਵਾਕਈ ਜ਼ਰੂਰਤ ਹੈ ਤਾਂ ਡਿਫਰਲ ਇਜ਼ ਅਵੇਲੇਬਲ। ਜੇ ਤੁਸੀਂ ਪੇਮੈਂਟਸ ਕਰ ਸਕਦੇ ਹੋ ਤਾਂ ਆਈ ਸੁਜੈਸਟ ਕਿ ਪੇਮੈਂਟਸ ਜਿਹੜੀਆਂ ਨੇ ਉਹ ਕੀਤੀਆਂ ਜਾਣ। ਜੀ। ਸੋ ਨੀਨਾ, ਥੋੜਾ ਜਿਹਾ ਹੋਰ ਇਹਨੂੰ ਐਲੈਬੋਰੇਟ ਕਰਕੇ ਦੱਸੋ। ਜਿਸ ਤਰ੍ਹਾਂ ਪੇਮੈਂਟ ਡਿਫਰਲ ਕੀਤੀ ਹੋਈ ਆ, ਸੋ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਸ਼ਾਇਦ ਸਾਨੂੰ ਥੋੜਾ ਜਿਹਾ ਫਾਈਨੈਂਸ਼ਲੀ ਹੁਣ ਸਾਹ ਆ ਗਿਆ, ਪਰ ਇਸ ਨੂੰ ਲੌਂਗ ਟਰਮ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਵੈਂਚੁਅਲੀ ਆਪਾਂ ਆਪਣੀ ਬੈਂਕ ਨੂੰ, ਆਪਣੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਜ਼ਿਆਦਾ ਪੇ ਕਰਾਂਗੇ ਲੌਂਗ ਰਨ, ਜਾਂ ਫਿਰ ਆਪਾਂ ਇਹਦਾ ਕੁਝ ਦੁੱਗਣਾ ਇੰਟਰਸਟ ਪੇ ਕਰਾਂਗੇ, ਜਾਂ ਕਿਸ ਤਰ੍ਹਾਂ ਇਹ ਕੁਮੂਲੇਟ ਹੋਊਗੀ ਚੀਜ਼? ਸੋ ਡੈਫੀਨਿਟਲੀ ਇੰਟਰਸਟ ਸਾਨੂੰ ਪੇ ਕਰਨਾ ਪੈਣਾ। ਇਹ ਇੱਕ ਡਿਫਰਲ ਹੈ, ਟਾਈਮ ਬੀਇੰਗ ਵਾਸਤੇ ਸਾਨੂੰ ਥੋੜਾ ਜਿਹਾ ਰਿਲੀਫ ਮਿਲਿਆ। ਜਿਹੜਾ ਉਹ ਤੁਹਾਡਾ ਇੰਟਰਸਟ ਹੈ ਉਹ ਬੈਂਕ ਨੇ ਡੈਫੀਨਿਟਲੀ ਲੈਣਾ ਹੀ ਲੈਣਾ। ਜੇ ਤੁਸੀਂ 3 ਮਹੀਨਿਆਂ ਬਾਅਦ ਲਮਸਮ ਦੇ ਸਕਦੇ ਆ ਤਾਂ ਉਹ ਬੈਂਕ ਨੇ ਲਮਸਮ ਲੈ ਲੈਣਾ। ਜੇ ਤੁਸੀਂ ਲਮਸਮ ਨਹੀਂ ਲੈਂਦੇ, ਲੈਟਸ ਸੇ ਦਿੰਦੇ, ਤੇ ਬੈਂਕ ਥੋੜੀ ਐਮੋਰਟਾਈਜੇਸ਼ਨ ਵਿੱਚ ਉਹਨੂੰ ਬੈਲੈਂਸ ਵਿੱਚ ਐਡ ਕਰ ਦਿੰਦੀ ਆ। ਸੋ ਜਦੋਂ ਬੈਲੈਂਸ ਵਿੱਚ ਐਡ ਕਰ ਦਿੰਦੀ ਆ, ਹਾਲਾਂਕਿ ਉਹ $3000 ਹੈ, ਪਰ ਉਹਦੇ ਉੱਤੇ ਫਿਰ ਤੁਸੀਂ ਜਿੱਦਾਂ ਤੁਸੀਂ 4 ਲੱਖ ਤੇ ਇੰਟਰਸਟ ਕਰ ਰਹੇ ਸੀ, ਲੈਟਸ ਸੇ ਕਿ 4 ਲੱਖ ਦਾ ਬੈਲੈਂਸ ਹੈ ਹਨਾ, ਜਿੱਦਾਂ ਤੁਸੀਂ 4 ਲੱਖ ਤੇ ਪੇਮੈਂਟ ਕਰ ਰਹੇ ਸੀ, ਹੁਣ ਤੁਸੀਂ ਪੇਮੈਂਟ 4 ਲੱਖ 3000 ਤੇ ਕਰੋਗੇ। ਸੋ ਉਹ ਹੁਣ ਤੁਸੀਂ ਨੈਕਸਟ 25 ਸਾਲਾਂ ਚ ਡਿਵਾਈਡ ਹੋ ਗਿਆ, ਲੈਟਸ ਸੇ 25 ਸਾਲ ਦੀ ਐਮੋਰਟਾਈਜੇਸ਼ਨ ਹੈ। ਸ਼ੋਰਟ ਆਨਸਰ ਇਜ਼ ਕਿ ਹਾਂਜੀ, ਤੁਸੀਂ ਐਟ ਦੀ ਐਂਡ ਥੋੜਾ ਜ਼ਿਆਦਾ ਪੇ ਕਰੋਗੇ ਜੇ ਤੁਸੀਂ ਉਹਨੂੰ ਐਮੋਰਟਾਈਜੇਸ਼ਨ ਚ ਐਡ ਕਰਾ ਲੈਂਦੇ ਹੋ ਹਨਾ। ਜੇ ਤੁਸੀਂ ਲਮਸਮ ਪੇ ਕਰ ਦਿੰਦੇ ਆ ਤਾਂ ਤੁਸੀਂ ਉਹ ਪੇ ਕਰਤਾ, ਓਵਰ ਵਿਦ, ਕੋਈ ਚੱਕਰ ਨਹੀਂ ਹੈ। ਗੱਲ ਇੱਥੇ ਮੁੱਕਦੀ ਕਿ ਜੇ ਵਾਕਈ ਤੁਹਾਨੂੰ ਜ਼ਰੂਰਤ ਹੈ ਤੇ ਉਹ ਜਿਹੜੀ ਐਕਸਟਰਾ ਕਾਸਟ ਤੁਹਾਨੂੰ ਪੈਣੀ ਹੈ ਉਹ ਤੁਹਾਨੂੰ ਹਰਟ ਨਹੀਂ ਕਰੂਗੀ ਬਾਅਦ, ਕਿਉਂਕਿ ਉਹ ਤੁਸੀਂ ਫਿਰ 25 ਸਾਲਾਂ ਵਿੱਚ ਵਾਪਸ ਪੇ ਕਰਨੀ ਹੈ। ਜੇ ਤੁਸੀਂ ਇਸ ਵੇਲੇ ਰੀਲੀ ਟਾਈਟ ਹੋ, ਜਿੱਦਾਂ ਤੁਸੀਂ ਕਿਹਾ ਕਿ ਕਈ ਲੋਕੀ ਬਹੁਤ ਫਾਈਨੈਂਸ਼ੀਅਲ ਕ੍ਰਾਈਮ ਚ ਉਹਨਾਂ ਨੂੰ ਸਾਹ ਆਇਆ ਹੈ ਨਾ, ਫਿਰ ਉਹ ਵਰਥ ਇਟ ਹੈ। ਫਿਰ ਉਹ ਜੇ ਐਕਸਟਰਾ ਕਾਸਟ ਹੈਗੀ ਹੈ, ਜੇ ਉਹ $3000 ਐਡ ਅਪ ਹੋ ਜਾਂਦਾ ਹੈ, ਉਹਦੇ ਉੱਤੇ ਲੈਟਸ ਸੇ ਫॉर ਐਗਜ਼ਾਮਪਲ ਤੁਹਾਨੂੰ $500 ਇੰਟਰਸਟ ਪੈ ਜਾਂਦਾ ਹੈ 3000 ਦੇ ਉੱਪਰ 25 ਸਾਲਾਂ ਦੇ ਵਿੱਚ, ਸਮਥਿੰਗ, ਐਂਡ ਆਮ ਜਸਟ ਥ੍ਰੋਇੰਗ ਆਊਟ ਰਫ ਨੰਬਰਸ। ਜੀ, ਹਰ ਇੱਕ ਦੇ ਆਪਣੀ ਨੰਬਰਸ ਨੇ, ਹਰ ਇੱਕ ਦੇ ਆਨਸਰ ਇਸ ਨੰਬਰ ਦੇ ਡਿਫਰੈਂਟ ਨੇ, ਪਰ ਜੇ
ਤੁਹਾਨੂੰ ਅੱਜ ਦੇ ਮੂਮੈਂਟ 'ਚ ਉਸ ਰਿਲੀਫ ਦੀ ਜ਼ਰੂਰਤ ਹੈ ਤੇ ਉਹ ਐਕਸਟਰਾ ਪੇ ਕੀਤਾ ਇੰਟਰਸਟ ਉੱਤੇ ਪੈਸਾ ਜਿਹੜਾ ਉਹ ਬਿਲਕੁਲ ਵਰਤ ਹੈ। ਜੀ ਸੋ ਨੀਨਾ ਤੁਸੀਂ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿਉਂਕਿ ਖੈਰ ਮੈਨੂੰ ਵੀ ਲੱਗਦਾ ਸੀ ਹੋ ਸਕਦਾ ਸਾਡੇ ਦਰਸ਼ਕਾਂ ਨੂੰ ਵੀ ਲੱਗਦਾ ਹੋਵੇ ਕਿ ਜਿਸ ਤਰ੍ਹਾਂ ਸਾਨੂੰ ਕੁਝ ਗ੍ਰਾਂਟਸ ਮਿਲ ਰਹੀਆਂ ਇਹ ਸਾਰੀ ਸਿਚੁਏਸ਼ਨ ਦੇ ਚੱਲਦੇ ਸ਼ਾਇਦ ਬੈਂਕਸ ਨੇ ਵੀ ਇਹ ਕੁਝ ਸਾਨੂੰ ਫਾਈਨੈਂਸ਼ੀਅਲ ਰਾਹਤ ਦਿੱਤੀ ਜਾਂ ਪੈਸੇ ਦੇ ਵਜੋਂ ਜਾਂ ਪੇਮੈਂਟਸ ਦੇ ਵੱਲੋਂ ਸਾਨੂੰ ਥੋੜੀ ਬਹੁਤ ਰਾਹਤ ਦਿੱਤੀ ਆ ਪਰ ਇਵੈਂਚੁਅਲੀ ਸਾਨੂੰ ਪੇ ਤਾਂ ਕਰਨਾ ਪੈਣਾ ਹੀ ਆ ਬੈਂਕਸ ਨੇ ਤਾਂ ਆਪਣਾ ਇੰਟਰਸਟ ਲੈਣਾ ਹੈ ਸੋ ਅਗੇਨ ਤੁਹਾਡੀ ਗੱਲ ਠੀਕ ਹੈ ਕਿ ਜੇ ਤੁਸੀਂ ਪੇ ਕਰ ਸਕਦੇ ਹੋ ਤਾਂ ਡਿਫਰਲ ਕਰਾਉਣ ਦਾ ਪੇਮੈਂਟਸ ਨੂੰ ਕੋਈ ਤੁਕ ਬਣਦੀ ਨਹੀਂ ਹੈ ਨਾ ਸੋ ਮੈਨੂੰ ਤੁਸੀਂ ਹੁਣ ਇਹ ਦੱਸੋ ਕਿ ਜਿਹੜਾ ਆਪਾਂ ਟਾਈਮ ਦੇਖ ਰਹੇ ਆ ਬੜਾ ਫਾਈਨੈਂਸ਼ੀਅਲੀ ਇਮੋਸ਼ਨਲੀ ਵੀ ਕਾਫੀ ਆਪਣੇ ਸਾਰਿਆਂ ਲਈ ਬਹੁਤ ਕ੍ਰਾਈਸਿਸ ਵਾਲਾ ਸਮਾਂ ਆ ਇਹਨੂੰ ਆਪਾਂ ਬਾਇਰਸ ਪਰਸਪੈਕਟਿਵ ਤੋਂ ਕਿਸ ਤਰ੍ਹਾਂ ਯੂਟਿਲਾਈਜ਼ ਕਰ ਸਕਦੇ ਹਾਂ ਕਿਸ ਤਰ੍ਹਾਂ ਇਸ ਸਮੇਂ ਦੀ ਆਪਾਂ ਸਹੀ ਯੂਟਿਲਾਈਜ਼ੇਸ਼ਨ ਕਰ ਸਕਦੇ ਹਾਂ ਬਾਇਰਸ ਪਰਸਪੈਕਟਿਵ ਤੋਂ ਸਾਨੂੰ ਦੱਸੋ। Wow, Lavi, such a good question. Time ਮੈਨੂੰ ਪਤਾ ਹੈ ਕਿ ਬਾਇਰਸ ਜਿਹੜੇ ਨੇ ਨਾ ਸਪ੍ਰਿੰਗ ਵਿੱਚ ਰੈਡੀ ਬੈਠੇ ਸੀ ਕਿ ਅਸੀਂ ਸਪ੍ਰਿੰਗ ਹੋਏਗੀ ਤਾਂ ਅਸੀਂ ਰਾਈਟ ਅਵੇ ਘਰ ਲੈਣਾ ਹੈ ਨਾ ਉਹਨਾਂ ਦੇ ਪਲਾਨਸ ਸੀਗੇ ਪਰ ਕੋਵਿਡ ਨੇ ਸਾਰਿਆਂ ਦੇ ਪਲਾਨਸ ਤੇ ਪ੍ਰੀਟੀ ਮਚ ਪਾਣੀ ਫੇਰ ਦਿੱਤਾ ਆਲਰੇਡੀ ਹੁਣ ਅਸੀਂ ਘਰ ਬੈਠੇ ਹਾਂ ਜ਼ਿਆਦਾਤਰ ਬਾਇਰਸ ਜਿਹੜੇ ਹਾਲਾਂਕਿ ਐਸੈਂਸ਼ੀਅਲ ਸਰਵਿਸ ਹੈ ਉਹ ਘਰ ਜਾ ਕੇ ਓਪਨ ਹਾਊਸਿਸ 'ਚ ਜਾਣਾ ਨਹੀਂ ਚਾਹੁੰਦੇ ਕਿਉਂਕਿ ਦੇ ਵਾਂਟ ਟੂ ਬੀ ਸੇਫ ਐਂਡ ਅਸੀਂ ਸਮਝਦੇ ਹਾਂ ਕਿ ਉਹ ਆਪਣੀ ਰਿਸਪੌਂਸਿਬਿਲਿਟੀ ਨਿਭਾ ਰਹੇ ਆ ਜੀ ਐਂਡ ਐਟ ਦ ਸੇਮ ਟਾਈਮ ਇਸ ਟਾਈਮ ਨੂੰ ਬਿਊਟੀਫੁਲੀ ਯੂਜ਼ ਕੀਤਾ ਜਾ ਸਕਦਾ I would ਮੈਂ ਸਾਰਿਆਂ ਨੂੰ ਇਹ ਕਹਿੰਦੀ ਆ ਇਹ ਟਾਈਮ ਟੂ ਰੈਸਟ ਨਹੀਂ ਹੈ ਇਹ ਟਾਈਮ ਟੂ ਪ੍ਰਿਪੇਅਰ ਹੈ ਬਿਲਕੁਲ ਰੈਸਟ ਵੀ ਕਰਨਾ ਆ ਪਰ ਆਹ ਟਾਈਮ ਜੇ ਆਪਾਂ ਪ੍ਰੈਪਰੇਸ਼ਨ ਲਈ ਯੂਜ਼ ਕਰ ਲਾਂਗੇ ਕਿਉਂਕਿ ਹੁਣ ਜਿਸ ਹਿਸਾਬ ਨਾਲ ਇਕਨੋਮੀ ਚੱਲ ਰਹੀ ਹੈ ਰੀਅਲ ਏਸਟੇਟ ਸੇਲਸ ਸਾਰਿਆਂ ਨੂੰ ਪਤਾ ਇਸ ਵੇਲੇ ਡਾਊਨ ਨੇ ਮੈਂ ਪ੍ਰਾਈਸਸ ਤੇ ਇਸ ਵੇਲੇ ਕਮੈਂਟ ਨਹੀਂ ਕਰੂੰਗੀ ਕਿਉਂਕਿ ਪ੍ਰਾਈਸਸ ਸਾਡੇ ਅਕੋਰਡਿੰਗ ਹਜੇ ਕਾਫੀ ਸਟੇਬਲ ਨੇ ਫਿਰ ਵੀ ਐਜ਼ ਪ੍ਰੋਫੈਸ਼ਨਲਸ Now, ਜੇ ਆਹ ਟਾਈਮ ਅਸੀਂ ਲੈਟਸ ਸੇ ਮੋਰਗੇਜ ਦੀ ਪ੍ਰੀ ਕੁਆਲੀਫਿਕੇਸ਼ਨ ਲਈ ਸਾਰਾ ਕੁਝ ਇਨ ਲਾਈਨ ਰੱਖ ਲਿਆ ਲੈਟਸ ਸੇ 6 months down the road ਉਹ ਟਾਈਮ ਪੀਰੀਅਡ ਆਉਂਦਾ ਜਿੱਥੇ ਥੋੜਾ ਜਿਹਾ ਡਿਪ ਆ ਜਾਵੇ ਐਜ਼ ਅ ਬਾਇਰ ਦ ਬੈਸਟ ਥਿੰਗ ਜਿਹੜੀ ਤੁਸੀਂ ਇਸ ਲਈ ਕਰ ਸਕਦੇ ਹੋ ਇਜ਼ ਪ੍ਰਿਪੇਅਰ ਜੇ ਤੁਸੀਂ ਪ੍ਰਿਪੇਅਰਡ ਹੋ ਲੈਟਸ ਸੇ 6 ਮਹੀਨਿਆਂ ਵਿੱਚ ਮਾਰਕੀਟ ਥੋੜੀ ਸੌਫਟ ਹੁੰਦੀ ਹੈ ਐਂਡ ਉਹੀ ਘਰ ਜਿਹੜਾ 8 ਲੱਖ ਦਾ ਸੀ ਤੁਹਾਨੂੰ 7.5 ਲੱਖ 'ਚ ਮਿਲਦਾ ਹੈ ਜੇ ਤੁਸੀਂ ਰੈਡੀ ਟੂ ਗੋ ਤੁਸੀਂ ਆਫਰ ਪਾਓਗੇ ਘਰ ਤੁਸੀਂ ਲੈ ਸਕਦੇ ਆ ਜੇ ਉਸ ਵੇਲੇ ਐਂਡ ਇਸ ਗੱਲ ਤੇ ਨਾ ਮੈਂ ਇੱਕ ਐਗਜ਼ਾਮਪਲ ਸ਼ੇਅਰ ਕਰੂੰਗੀ ਇਫ ਯੂ ਅਲਾਉ ਨਵੀ ਮੇਰੇ ਇੱਕ ਕਲਾਇੰਟ ਸੀਗੇ ਉਹ ਮੇਰੇ ਕੋ ਘਰ ਲੈਣ ਆਏ ਬਿਊਟੀਫੁਲ ਫੈਮਿਲੀ ਉਹਨਾਂ ਨੇ ਐਕਚੁਅਲੀ ਘਰ ਤੇ ਆਫਰ ਪਾ ਦਿੱਤਾ ਸੀ ਆਲਰੇਡੀ ਜਦੋਂ ਮੇਰੇ ਕੋਲ ਆਏ ਉਹਨਾਂ ਨੇ ਮੈਨੂੰ ਐਪਲੀਕੇਸ਼ਨ ਦਿੱਤੀ 10 ਦਿਨਾਂ ਵਿੱਚ ਸਬਜੈਕਟ ਰਿਮੂਵਲ ਸੀ ਮੈਂ ਉਹਨਾਂ ਨੂੰ ਜਦੋਂ ਕ੍ਰੈਡਿਟ ਬਿਊਰੋ ਕੋਲ ਕੀਤਾ what we found out was ਉਹਨਾਂ ਦੇ ਬੇਟੇ ਦਾ ਇੱਕ ਫਰੈਂਡ ਸੀ ਜਿਹਨੂੰ ਉਹਨਾਂ ਨੇ ਲੈਪਟਾਪ ਲੈ ਕੇ ਦਿੱਤਾ ਸੀ ਸੋ ਉਹਨਾਂ ਨੇ ਯੂ نو ਸਾਡੀ ਕਮਿਊਨਿਟੀ ਵਿੱਚ ਬਹੁਤ ਕਾਮਨ ਹੈ ਕਿ ਅਸੀਂ ਇੱਕ ਦੂਜੇ ਦੀ ਹੈਲਪ ਕਰਦੇ ਹਾਂ ਜਦੋਂ ਕਿਸੇ ਨੂੰ ਲੋੜ ਹੁੰਦੀ ਹੈ ਕਿ ਤੁਸੀਂ ਮੈਨੂੰ ਆਪਣੇ ਨਾਮ ਤੇ ਆ ਚੀਜ਼ ਲੈ ਕੇ ਦੇ ਸਕਦੇ ਹੋ ਆਪਾਂ ਕਦੇ ਇਸ ਗੱਲ ਬਾਰੇ ਸੋਚਦੇ ਵੀ ਨਹੀਂ ਹੈ ਸੋ ਜਦੋਂ ਮੈਂ ਉਹ ਕ੍ਰੈਡਿਟ ਬਿਊਰੋ ਪੁੱਲ ਕੀਤਾ ਤੇ ਉਹ ਲੈਪਟਾਪ ਦੀਆਂ ਪੇਮੈਂਟ ਮਿਸਡ ਸੀਗੀਆਂ ਐਂਡ ਬਿਕਾਜ਼ ਉਹ ਪੇਮੈਂਟਸ ਮਿਸਡ ਸੀਗੀਆਂ ਉਹਨਾਂ ਦਾ ਕ੍ਰੈਡਿਟ ਸਕੋਰ ਜਿਹੜਾ ਸੀ ਇੰਪੈਕਟਡ ਸੀ and और क्योंकि recently होया सी lenders take it seriously जे कोई चीज let's say 4 साल पहले ਤੁਹਾਡੀਆਂ ਦੋ payments miss ਹੋਈਆਂ ਤੁਸੀਂ ਉਹਨਾਂ ਨੂੰ explain ਕਰ ਦਿਓ ਕਿ ਮੇਰਾ ਉਸ ਵੇਲੇ financially hard time ਸੀ whatever lenders understand ਕਰਦੇ ਆ ਪਰ ਇਸ ਕੇਸ ਵਿੱਚ ਉਹਨਾਂ ਦਾ subject removal 10 ਦਿਨਾਂ ਦੇ ਵਿੱਚ ਸੀ and all of a sudden they had a surprise ਜੀ ਹੁਣ ਚੀਜ਼ ਨਾਲ ਕਿੱਦਾਂ ਡੀਲ ਕਰੀਏ so going back to our preparation thing again ਜੇ ਕੱਲ ਨੂੰ ਤੁਹਾਨੂੰ ਕੋਈ ਚੰਗਾ ਘਰ ਮਿਲ ਜਾਂਦਾ ਤੇ ਇਹੋ ਜੇ ਕਿਸੇ ਵੀ ਸਰਪ੍ਰਾਈਜ਼ ਕਰਕੇ ਜੇ ਤੁਹਾਨੂੰ ਉਹ ਗਵਾਉਣਾ ਪੈਂਦਾ ਹੈ ਦੈਨ ਫਿਰ ਆਪਾਂ ਰਿਗਰੈਟ ਕਰਦੇ ਹਾਂ ਕਿ ਕਾਸ਼ ਅਸੀਂ ਪ੍ਰੈਪਰੇਸ਼ਨ ਪਹਿਲੇ ਕਰ ਲਈ ਹੁੰਦੀ ਹੈ ਨਾ ਸੋ this is the time ਜੇ one message buyers need right now is this is the time to be prepared ਵੰਡਰਫੁਲ ਨੀਨਾ ਤੁਸੀਂ ਅੱਜ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਮੌਰਗੇਜ ਡਿਫਰਲ ਬਾਰੇ ਆਪਾਂ ਗੱਲ ਕੀਤੀ ਹੈ ਆਪਾਂ ਗੱਲ ਕੀਤੀ ਕਿ ਇਸ ਟਾਈਮ ਨੂੰ ਆਪਾਂ ਕ੍ਰੀਏਟਿਵਲੀ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ ਨੀਨਾ ਸਟੂਡੀਓ ਵਿੱਚ ਆਉਣ ਲਈ ਸਾਡੇ ਨਾਲ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਲਵੀ ਥੈਂਕ ਯੂ ਸੋ ਮਚ ਸੋ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਸਹੀ ਦਿਸ਼ਾ ਇਸੇ ਤਰੀਕੇ ਨਾਲ ਦੇਖਦੇ ਰਹੋ ਸਾਨੂੰ ਆਪਣੇ ਫੀਡਬੈਕ ਦਿੰਦੇ ਰਹੋ ਸੁਝਾਅ ਦਿੰਦੇ ਰਹੋ ਸਾਡੇ ਹੇਠ ਲਿਖੇ ਪਤੇ ਤੇ ਤੁਸੀਂ ਸਾਨੂੰ ਆਪਣੇ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ ਕਿਸੇ ਵਿਸ਼ੇ ਤੇ ਤੁਸੀਂ ਜਾਣਕਾਰੀ ਚਾਹੁੰਦੇ ਹੋ ਸਾਨੂੰ ਉਹ ਵੀ ਤੁਸੀਂ ਦੱਸ ਸਕਦੇ ਹੋ ਤੁਹਾਡਾ ਸਹੀ ਦਿਸ਼ਾ ਦੇਖਣ ਲਈ ਬਹੁਤ ਬਹੁਤ ਧੰਨਵਾਦ